ਬਾਲਪਨ ਵਾਲੀ ਸੀ, ਲੇਕਿਨ ਜਨਮ ਵੇਲੇ ਨਹੀਂ ਸਨ ਆਏ। ਲੇਕਿਨ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਿਚਾਰ ਚੱਲਦੀ, ਇਹਨਾਂ ਦਾ ਇਤਿਹਾਸ ਚੱਲਦਾ ਤੇ ਇਤਿਹਾਸ ਮੂੰਹ ਤੋਂ ਬੋਲ ਉੱਠਦਾ ਹੈ ਵੀ ਧੰਨ ਗੁਰੂ ਅਮਰਦਾਸ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਏਡੀ ਬਖਸ਼ਿਸ਼ ਹੋਈ ਸੀ। ਜਿਸ ਵਕਤ ਇਹਨਾਂ ਦਾ ਜਨਮ ਹੋਇਆ ਸੀ, ਇਹਨਾਂ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੋਦ ਨੂੰ ਮਾਣਿਆ ਸੀ। ਜਨਮ ਤੋਂ ਵੇਲੇ ਇਹਨਾਂ ਦਾ ਪਿਤਾ ਸੇਵਕ ਦੇ ਰੂਪ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਹਮਣੇ ਖੜਿਆ ਸੀ, ਇਹਨਾਂ ਆਪਣੇ ਅੱਖਾਂ ਦੇ ਨਾਲ ਨਿਹਾਰਿਆ ਸੀ। ਇਹਨਾਂ ਦੀ ਮਾਤਾ ਲੰਗਰ ਦੇ ਵਿੱਚ ਸੇਵਾ ਕਰਿਆ ਕਰਦੇ, ਸੇਵਕ ਦੇ ਰੂਪ ਵਿੱਚ ਆਪਣੇ ਪਿਤਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਹਮਣੇ ਖੜੇ ਹੋਏ ਸਨ, ਉਹ ਵੀ ਇਹਨਾਂ ਆਪਣੇ ਅੱਖਾਂ ਦੇ ਨਾਲ ਨਿਹਾਰਿਆ। ਨਾਨੀ ਦੀ ਗੋਦ ਗੁਰੂ ਦੇ ਰੂਪ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦ, ਫਿਰ ਪਿਤਾ ਦੀ ਗੋਦ ਗੁਰੂ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ, ਫਿਰ ਆਪਣੀ ਮਾਤਾ ਦੀ ਗੋਦ। ਤੇ ਸੁਭਾਵਿਕ ਗੱਲ ਹੈ, ਜਿਹੜਾ ਬੂਟਾ ਅਸੀਂ ਘਰਾਂ ਦੇ ਵਿੱਚ ਉਗਾ ਦਈਏ, ਘਰਾਂ ਦੇ ਵਿੱਚ ਨੱਪ ਦਈਏ, ਭੋਇੰ ਦੇ ਵਿੱਚ ਤੇ ਸਮੇਂ-ਸਮੇਂ ਸਿਰ ਉਹਦੇ ਤੇ ਮਿੱਟੀ ਪਾਣੀ ਖਾਦ ਪਾਉਂਦੇ ਰਹੀਏ ਤੇ ਉਹ ਬੂਟਾ ਫਿਰ ਚੰਗਾ ਹੋ ਨਿਬੜਦਾ। ਮੈਂ ਇਹਨਾਂ ਦੇ ਇਤਿਹਾਸ ਵਿੱਚੋਂ ਇੱਕ ਘਟਨਾ ਚੁੱਕ ਕੇ ਤੁਹਾਡੀ ਝੋਲੀ ਵਿੱਚ ਪਾ ਦਿਆਂ, ਕਿਉਂਕਿ ਲੜੀ ਨੂੰ ਥੋੜਾ ਤੇਜ਼ੀ ਨਾਲ ਲੈ ਕੇ ਚੱਲਣਾ ਵੀ ਤਾਂ ਕਿ ਅੱਧੇ ਘੰਟੇ ਤੱਕ ਆਪਾਂ ਸ਼ਹੀਦੀ ਤੱਕ ਪਹੁੰਚ ਸਕੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਤਿੰਨ ਭਰਾਤਾ ਸਨ, ਪ੍ਰਿਥਵੀ ਚੰਦ, ਮਹਾਦੇਵ ਤੇ ਸਭ ਤੋਂ ਛੋਟੇ ਪੰਚਮ ਗੁਰਦੇਵ। ਜਦੋਂ ਇਹਨਾਂ ਦੀ ਉਮਰ ਪੰਘੂੜੇ ਤੋਂ ਨਿਕਲ ਕੇ ਬਾਹਰ ਆਈ ਹੈ, ਜਦੋਂ ਆਪਣੇ ਪੈਰਾਂ ਤੇ ਤੁਰਨ ਫਿਰਨ ਲੱਗ ਗਏ, ਸੰਸਾਰ ਨੂੰ ਨਿਹਾਰਨ ਲੱਗ ਗਏ, ਸੋਝੀ ਆ ਗਈ, ਮਾਤਾ ਪਿਤਾ ਦੀ ਕਾਰ ਵਿਹਾਰ ਦੀ ਸੂਝ ਆ ਗਈ, ਤੇ ਬਾਕੀ ਭਰਾਤਾ ਵੱਡੇ ਸਨ, ਉਹਨਾਂ ਨੂੰ ਵੀ ਸੰਸਾਰ ਦੀ ਕਾਰ ਦਾ ਪਤਾ ਲੱਗ ਗਿਆ। ਪੰਘੂੜੇ ਤੋਂ ਬਾਹਰ ਆਏ ਨੇ ਤੇ ਇੱਕ ਪ੍ਰੀਖਿਆ ਸਾਹਮਣੇ ਖੜੀ ਹੋ ਗਈ ਹੈ। ਮੈਂ ਪਹਿਲੋਂ ਬੇਨਤੀ ਕਰਕੇ ਆਇਆ ਵਾਂ ਵੀ ਜਿਹੜੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਗੋਦ ਨਸੀਬ ਹੋ ਜਾਏ, ਚੰਗੇ ਗੁਣ ਪ੍ਰਾਪਤ ਹੋ ਜਾਣ, ਜਿਹੜੇ ਬੂਟੇ ਘਰ ਵਿੱਚ ਲਾਏ ਨੇ ਸਮੇਂ ਸਿਰ ਖਾਦ ਪੈ ਜਾਵੇ, ਪਾਣੀ ਪੈ ਜਾਏ, ਤੇ ਉਹ ਬੂਟੇ ਚੰਗੇ ਹੋ ਨਿਬੜਦੇ ਨੇ, ਫਲ ਚੰਗਾ ਲੱਗਦਾ। ਇੱਕ ਸਿੱਖਿਆ ਸਾਹਮਣੇ ਖੜੀ ਹੋ ਗਈ ਤੇ ਨਾਲ ਸਿੱਖਿਆ ਸੀ, ਨਾਲ ਇੱਕ ਐਗਜ਼ਾਮ ਪੇਪਰ ਵੀ ਸੀ। ਚੌਥੇ ਪਾਤਸ਼ਾਹ ਜੀ ਦਾ ਪਿੰਡ ਲਾਹੌਰ, ਚੂਨਾ ਮੰਡੀ, ਉਥੋਂ ਸਿਹਾਰੀ ਮੱਲ ਆਏ ਨੇ। ਜਦੋਂ ਸਿਹਾਰੀ ਮੱਲ ਆਏ ਨਾ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨਿਵਾਸ ਕਰ ਰਹੇ ਸਨ ਗੋਇੰਦਵਾਲ ਸਾਹਿਬ, ਜਦੋਂ ਆਏ ਨੇ ਤੇ ਸਿਹਾਰੀ ਮੱਲ ਜੀ ਨੇ ਇੱਕ ਬੇਨਤੀ ਕੀਤੀ ਹੈ ਗੁਰਦੇਵ ਪਿਤਾ ਕੇ, ਕਹਿਣ ਲੱਗੇ ਪਾਤਸ਼ਾਹ ਵੀ ਸਾਡੇ ਮੱਥੇ ਤੇ ਇੱਕ ਕਲੰਕ ਲੱਗਾ। ਪਾਤਸ਼ਾਹ ਕਹਿਣ ਲੱਗੇ ਕਿਹੜਾ ਕਲੰਕ? ਕਹਿਣ ਲੱਗੇ ਨੇ ਇੱਕੋ ਕਲੰਕ ਹੈ। ਕਲੰਕ ਇਹ ਹੈ ਵੀ ਸਾਨੂੰ ਸਾਰਾ ਸਮਾਜ ਆਖਦਾ ਵੀ ਤੁਸੀਂ ਜੇਠਾ ਭਾਵ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਾਲਪਨ ਚ ਬਾਂਹ ਨਹੀਂ ਫੜੀ, ਉਹਨਾਂ ਨੇ ਢੁੰਗੜੀਆਂ ਵੇਚੀਆਂ, ਘਰ ਨੂੰ ਤਾਲਾ ਵੱਜ ਗਿਆ, ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਵੀ ਅਨਾਥ ਹੋ ਕੇ ਵੀ ਕਿਸੇ ਸ਼ਰੀਕੇ ਬਲਾਦਰੀ ਰਿਸ਼ਤੇਦਾਰੀ ਨੇ ਬਾਂਹ ਕੋਈ ਨਹੀਂ ਫੜੀ। ਇਹ ਕਲੰਕ ਸਾਡੇ ਮੱਥੇ ਤੇ ਹੈ ਤੇ ਸਾਰੀ ਉਮਰ ਸਾਡੇ ਮੱਥੇ ਤੇ ਰਹਿਣਾ ਹੈ। ਪਰ ਕਹਿਣ ਲੱਗੇ ਪਾਤਸ਼ਾਹ ਜੇ ਤੁਸੀਂ ਕਿਰਪਾ ਕਰ ਦਿਓ ਵੀ ਇਹ ਕਲੰਕ ਲੱਥ ਸਕਦਾ ਹੈ। ਪਾਤਸ਼ਾਹ ਕਹਿਣ ਲੱਗੇ ਵੀ ਕਿਵੇਂ ਲੱਥੇਗਾ? ਕਹਿਣ ਲੱਗੇ ਮੇਰੇ ਬੇਟੇ ਦੀ ਸ਼ਾਦੀ ਆਨੰਦ ਕਾਰਜ ਨੇ, ਵੀ ਇੱਕੋ ਬੇਨਤੀ ਹੈ ਵੀ ਤੁਸੀਂ ਆਓ ਆਨੰਦ ਕਾਰਜਾਂ ਤੇ ਪਾਤਸ਼ਾਹ ਕਹਿਣ ਲੱਗੇ ਵੀ ਮੈਂ ਨਹੀਂ ਆ ਸਕਦਾ। ਕਾਰਨ ਕੀ? ਵੀ ਜੇ ਮੈਂ ਆਵਾਂਗਾ ਤੇ ਧੀ ਵਾਲੇ ਘਰ ਤੇ ਵੀ ਬੋਝ ਪਏਗਾ ਤੇ ਤੁਹਾਡੇ ਘਰ ਤੇ ਵੀ ਬੋਝ ਪਏਗਾ। ਸੁਭਾਵਿਕ ਗੱਲ ਹੈ ਵੀ ਸੰਗਤਾਂ ਆਉਣਗੀਆਂ ਤੇ ਸੰਗਤਾਂ ਆਈਆਂ, ਉਹਨਾਂ ਦੀ ਰਸਦ ਪਾਣੀ ਪ੍ਰਸ਼ਾਦਾ ਵੀ ਤਿਆਰ ਕਰਨਾ ਪਏਗਾ। ਆਨੰਦ ਕਾਰਜ ਸ਼ਾਦੀ ਦਾ ਪ੍ਰੋਗਰਾਮ ਪਹਿਲੋਂ ਆ, ਜੇ ਮੈਂ ਆਇਆ ਭਾਰਾ ਪਏਗਾ, ਆਪਾਂ ਨਹੀਂ ਜਾ ਸਕਦੇ। ਵੀ ਜੇ ਤੁਸੀਂ ਬਹੁਤਾ ਕਹਿੰਦੇ ਹੋ ਵੀ ਮੈਂ ਆਪਣੇ ਪੁੱਤਰਾਂ, ਤਿੰਨਾਂ ਪੁੱਤਰਾਂ ਦੇ ਵਿੱਚੋਂ ਕਿਸੇ ਇੱਕ ਦੀ ਡਿਊਟੀ ਲਾ ਦਿੰਦਾ ਵਾ, ਤੇ ਕਹਿਣ ਲੱਗੇ 7 ਬਚਨ। ਵੱਡੇ ਪ੍ਰਿਥਵੀ ਚੰਦ, ਇਹਨਾਂ ਨੂੰ ਬੁਲਾਇਆ ਗਿਆ ਤੇ ਨਾਲ ਨਾਲ ਆਪਾਂ ਇਹ ਗੱਲ ਨੂੰ ਐਡ ਕਰ ਲਈਏ ਤੇ ਪਕੜ ਵੀ ਲਈਏ ਵੀ ਪ੍ਰਿਥਵੀ ਚੰਦ ਦੇ ਹੱਥ ਵਿੱਚ ਸਾਰਾ ਗੁਰੂ ਘਰ ਦਾ ਕੰਮ ਕਾਜ ਸੀ, ਸੇਵਾ ਦਾ ਹੋ ਗਿਆ, ਲੰਗਰ ਪ੍ਰਸ਼ਾਦੇ ਦਾ ਹੋ ਗਿਆ। ਕਹਿਣ ਦਾ ਭਾਵ ਵੀ ਜਿੰਨੀ ਇਨਕਮ ਸੀ, ਆਪਾਂ ਸੌਖੇ ਸ਼ਬਦਾਂ ਚ ਕਹਿ ਲਈ ਵੀ ਕੈਸ਼ੀਅਰ ਸਨ, ਵੀ ਸਾਰਾ ਕਿੰਨੀ ਰਕਮ ਆ ਰਹੀ ਹੈ, ਕਿੰਨੀ ਮਾਇਆ ਆ ਰਹੀ ਹੈ, ਕਿੰਨੀ ਰਸਦ ਆ ਰਹੀ ਹੈ, ਕਿੰਨੀ ਲੱਗ ਰਹੀ ਹੈ, ਕਿੰਨਾ ਖਰਚ ਹੋ ਰਿਹਾ, ਸਾਰਾ ਕੰਮ ਕਾਜ। ਤੇ ਪ੍ਰਿਥਵੀ ਚੰਦ ਨੂੰ ਬੁਲਾਇਆ, ਕਹਿਣ ਲੱਗੇ ਬੇਟਾ ਤੁਸੀਂ ਵੱਡੇ ਹੋ ਤੇ ਤੁਹਾਡਾ ਫਰਜ਼ ਬਣਦਾ ਹੈ ਵੀ ਮੇਰੀ ਨਾਲ ਹੁਕਮ ਵੀ ਹੈ ਵੀ ਤੁਸੀਂ ਜਾਓ।
ਤੇ ਪ੍ਰਿਥਵੀ ਚੰਦ ਨੇ ਸਾਫ਼ ਬੋਲਾਂ ਦੇ ਵਿੱਚ ਕਹਿ ਦਿੱਤਾ, ਪਿਤਾ ਜੀ ਵੀ ਜੇ ਮੈਂ ਚਲਾ ਗਿਆ ਨਾ ਤੇ ਪਿੱਛੋਂ ਕੰਮ ਕੌਣ ਸਾਂਭੇਗਾ, ਇਹ ਸੇਵਾ ਨੂੰ ਕੌਣ ਸਾਂਭੇਗਾ, ਇਹ ਰਸਦ ਪਾਣੀ, ਇਹ ਮਾਇਆ ਦਾ ਹਿਸਾਬ ਕਿਤਾਬ ਕੌਣ ਲਾਏਗਾ। ਕੋਰਾ ਜਵਾਬ ਦੇ ਦਿੱਤਾ ਵੀ ਮੈਂ ਨਹੀਂ ਜਾ ਸਕਦਾ, ਮੈਂ ਆਪਣੇ ਕੰਮਾਂ ਕਾਜਾਂ 'ਚ ਵਿਅਸਤ ਹਾਂ। ਹੁਣ ਫਰਕ ਵੇਖੋ, ਕੋਈ ਗੁਰੂ ਨੂੰ ਗੁਰੂ ਦੇ ਰੂਪ ਵਿੱਚ ਵੇਖਦਾ, ਕੋਈ ਗੁਰੂ ਨੂੰ ਪਿਤਾ ਦੇ ਰੂਪ ਵਿੱਚ ਵੇਖਦਾ, ਕੋਈ ਗੁਰੂ ਨੂੰ ਆਮ ਇਨਸਾਨ ਦੇ ਰੂਪ ਵਿੱਚ ਵੇਖਦਾ। ਪੁੱਤਰ ਤੇ ਤਿੰਨ ਸਨ, ਲੇਕਿਨ ਪ੍ਰਿਥਵੀ ਚੰਦ ਨੇ ਗੁਰੂ ਨੂੰ, ਪਿਤਾ ਨੂੰ ਗੁਰੂ ਕਰਕੇ ਨਹੀਂ ਜਾਣਿਆ, ਸਿਰਫ ਪਿਤਾ ਕਰਕੇ ਜਾਣਿਆ। ਕਿਉਂਕਿ ਪਿਤਾ ਤੇ ਪੁੱਤਰ ਦਾ ਰਿਸ਼ਤਾ ਐਸਾ ਹੋਇਆ ਕਰਦਾ, ਕਈ ਵਾਰੀ ਪੁੱਤਰ ਨੇ ਜਵਾਬ ਦੇ ਦਿੱਤਾ, ਛੋਟਾ ਮੋਟਾ ਟਕਰਾਵ ਰਹਿੰਦਾ, ਲੇਕਿਨ ਗੁਰੂ ਤੇ ਸਿੱਖ ਦਾ ਰਿਸ਼ਤਾ ਬੜਾ ਅਲੱਗ ਹੋਇਆ ਕਰਦਾ। ਉੱਤੇ ਸਿੱਖ ਮੁਨਕਰ ਨਹੀਂ ਹੋ ਸਕਦਾ, ਜੋ ਗੁਰੂ ਕਹੇਗਾ ਸਿੱਖ ਨੂੰ ਕਰਨਾ ਪਵੇਗਾ, ਭਾਵੇਂ ਅੱਗੇ ਪੁੱਤਰ ਹੈ ਭਾਵੇਂ ਚੇਲਾ ਹੈ। ਲੇਕਿਨ ਗੁਰੂ ਨੂੰ ਸਮਝਿਆ, ਆਪਣੇ ਪਿਤਾ ਨੂੰ ਸਿਰਫ ਪਿਤਾ ਹੀ ਸਮਝਿਆ। ਫਿਰ ਮਹਾਂਦੇਵ ਨੂੰ ਬੁਲਾਇਆ। ਜਿਹੜੇ ਮਹਾਂਦੇਵ ਸਨ ਇਹ ਗ੍ਰਸਥ ਜੀਵਨ ਤੋਂ ਦੂਰ ਸਨ, ਨਾ ਇਹਨਾਂ ਦੀ ਸ਼ਾਦੀ ਹੋਈ ਸੀ, ਨਾ ਇਹਨਾਂ ਦਾ ਕੋਈ ਕੰਮ ਕਾਜ ਵਿੱਚ ਕੋਈ ਇੰਟਰਸਟ ਸੀ, ਹਮੇਸ਼ਾ ਉਦਾਸੀਨ, ਘਰੋਂ ਬਾਹਰ ਰਹਿਣਾ, ਜੰਗਲਾਂ 'ਚ ਰਹਿਣਾ, ਕੋਈ ਮਤਲਬ ਨਹੀਂ ਸੀ ਦੁਨੀਆਦਾਰੀ ਤੋਂ। ਇਹਨਾਂ ਨੂੰ ਕਿਹਾ ਪੁੱਤਰ ਤੁਸੀਂ ਚਲੇ ਜਾਓ, ਤੇ ਕਹਿਣ ਲੱਗੇ ਪਿਤਾ ਜੀ ਮੈਂ ਜਾ ਕੇ ਕੀ ਲੈਣਾ, ਮੈਂ ਕਿਹੜਾ ਆਨੰਦ ਕਾਰਜ ਕਰਵਾਉਣੇ ਨੇ, ਮੇਰਾ ਕਿਹੜਾ ਪਰਿਵਾਰ ਹੈ, ਮੇਰਾ ਕਿਹੜਾ ਪੀੜ੍ਹੀ ਚੱਲਣੀ ਹੈ, ਮੈਂ ਜਾ ਕੇ ਕੀ ਕਰਾਂਗਾ, ਮੇਰਾ ਤੇ ਮਤਲਬ ਨਹੀਂ ਬਣਦਾ। ਇਹਨਾਂ ਨੇ ਵੀ ਗੁਰੂ ਨਹੀਂ ਸਮਝਿਆ, ਸਿਰਫ ਪਿਤਾ ਸਮਝਿਆ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫਿਰ ਜਦੋਂ ਇਹਨਾਂ ਨੂੰ ਸੱਦਿਆ ਗਿਆ ਵੀ ਬੇਟਾ ਇਵੇਂ ਜਾਣਾ ਲਾਹੌਰ, ਤੇ ਗੁਰਦੇਵ ਪਿਤਾ ਨੇ ਹੱਥ ਜੋੜ ਕੇ ਬਚਨ ਕਹੇ ਵੀ ਪਾਤਸ਼ਾਹ 7 ਬਚਨ ਤੇ ਸੂਰਜ ਪ੍ਰਕਾਸ਼ ਗ੍ਰੰਥ ਇਹ ਲਿਖਦਾ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੋਂ ਤੱਕ ਬਚਨ ਕਹੇ ਸੀ ਵੀ ਜੇ ਤੁਸੀਂ ਕਹੋ ਵੀ ਮੌਤ ਨੂੰ ਗੱਲ ਨਾਲ ਲਾਣਾ ਵੀ ਮੈਂ ਉਹ ਵੀ ਤਿਆਰ ਹਾਂ, ਵੀ ਜੇ ਤੁਸੀਂ ਕਹਿ ਦਿਓ। ਇਹ ਪਹਿਲੀ ਪ੍ਰੀਖਿਆ ਸੀ ਗੁਰੂ ਘਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ। ਖੈਰ ਇੱਥੋਂ ਚਲੇ ਗਏ ਲਾਹੌਰ, ਉੱਥੇ ਆਨੰਦ ਕਾਰਜ ਅਟੈਂਡ ਕੀਤਾ, ਲੇਕਿਨ ਜਾਣ ਵੇਲੇ ਇਹਨਾਂ ਦੀ ਮਾਤਾ ਵੀ ਭਾਨੀ ਜੀ ਨੇ ਬੋਲ ਕਹਿ ਦਿੱਤੇ, ਬੇਟਾ ਜੇ ਗੁਰੂ ਦੇ ਹੁਕਮ ਦੇ ਨਾਲ ਚੱਲਿਓ ਤੇ ਗੁਰੂ ਦੇ ਹੁਕਮ ਦੇ ਨਾਲ ਹੀ ਵਾਪਸ ਆਇਆ ਜੇ। ਜਦੋਂ ਤੱਕ ਗੁਰੂ ਦਾ ਹੁਕਮ, ਗੁਰੂ ਦਾ ਖਤ ਨਾ ਆਇਆ ਤੁਸੀਂ ਆਉਣਾ ਨਹੀਂ। ਹੁਣ ਉੱਥੇ ਆਨੰਦ ਕਾਰਜ ਤੇ ਗਏ, 36 ਪ੍ਰਕਾਰ ਦੇ ਭੋਜਨ, ਦੁਸ਼ਾਲੇ, ਬੇਸ਼ਕੀਮਤੀ ਭੇਟ ਕੀਤੇ, ਲੇਕਿਨ ਜਿਹੜਾ ਗੁਰੂ ਤੋਂ ਵਿਛੜਿਆ ਹੋਵੇ, ਅੰਦਰ ਤਾਂਗ ਹੋਵੇ, ਫਿਰ ਉਹਨੂੰ ਇਹ ਵਸਤੂਆਂ ਚੰਗੀਆਂ ਨਹੀਂ ਲੱਗਦੀਆਂ। ਮੇਰੇ ਤੇ ਜੇਨ 'ਚ ਖਿਆਲ ਉੱਠਦਾ ਹੈ ਕਿ ਤੁਹਾਡੇ ਨਾਲ ਸਾਂਝ ਪਾ ਜਾਵਾਂ ਵੀ ਇਹ ਗੱਲ ਨੂੰ ਕੋੜਾ ਨਾ ਸਮਝਿਆ ਜੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਕੈਸੀ ਬਾ ਕਮਾਲ ਹਸਤੀ ਸਨ। ਲਾਹੌਰ ਆਨੰਦ ਕਾਰਜ ਨੇ ਸਿਹਾਰੀ ਮਲ ਦੇ ਬੇਟੇ ਦੇ ਅਟੈਂਡ ਕਰ ਰਹੇ ਨੇ, 36 ਪ੍ਰਕਾਰ ਦੇ ਭੋਜਨ, ਵਸਤਰ ਪਏ ਨੇ, ਲੇਕਿਨ ਮਨ ਨਹੀਂ ਭਿੱਜ ਰਿਹਾ। ਤੇ ਸਾਡੇ ਘਰਾਂ ਦੇ ਵਿੱਚ ਆਨੰਦ ਕਾਰਜ ਹੋਣ, ਬੇਟਾ ਜਾਂ ਬੇਟੀ ਦਾ ਆਨੰਦ ਕਾਰਜ ਹੋਵੇ, ਸਾਨੂੰ ਤੇ ਗੁਰੂ ਯਾਦ ਹੀ ਨਹੀਂ ਰਹਿੰਦਾ। ਖਿਮਾ ਕਰਨਾ, ਸਾਡੇ ਤੇ ਘਰਾਂ ਦੇ ਵਿੱਚੋਂ ਵੀ ਗੁਰੂ ਨਿਕਲ ਜਾਂਦਾ ਵੀ ਖੰਡ ਪਾਠ ਦਾ ਵਕਤ ਹੋਵੇ, ਭੋਗ ਪੈ ਜਾਵੇ, ਅਸੀਂ ਲਫ਼ਜ਼ ਕਹਿੰਦੇ ਆ ਵੀ ਭੋਗ ਕਦੋਂ ਪਏਗਾ, ਵੀ ਛੇਤੀ ਸਰੂਪ ਨੂੰ ਲੈ ਕੇ ਜਾਓ, ਪਿੱਛੋਂ ਅਸੀਂ ਆਪਣਾ ਦੌਰ ਸ਼ੁਰੂ ਕਰਨਾ। ਤੇ ਪੈਲਸਾਂ ਵਿੱਚ ਤੇ ਗੁਰੂ ਘਰ ਦੀਆਂ ਮਰਿਆਦਾ ਤੇ ਕਿਤੇ ਦੂਰ ਰਹਿ ਜਾਂਦੀਆਂ ਨੇ, ਉਹ ਗੁਰੂ ਘਰਾਂ 'ਚ ਰਹਿ ਜਾਂਦੀਆਂ ਨੇ, ਉੱਥੇ ਸਾਡੀਆਂ ਆਪਣੀਆਂ ਮਰਿਆਦਾਵਾਂ ਨੇ। ਖੈਰ ਉੱਥੇ ਵੀ ਮਨ ਉਹਨਾਂ ਦਾ ਭਿੱਜ ਨਹੀਂ ਰਿਹਾ, ਗੁਰੂ ਨਾਲ ਜੁੜਿਆ। ਤੇ ਬਾਬਾ ਕਬੀਰ ਜੀ ਨੇ ਬਖਸ਼ਿਸ਼ ਕੀਤੀ ਹੈ ਨਾ, ਉਰ ਨਾ ਭੀਜੈ ਪਗ ਨਾ ਕਿਸੈ ਦਰਸ਼ਨ ਕੀ ਆਸਾ, ਵੀ ਜਿਵੇਂ ਇਸਤਰੀ ਦਾ ਪਤੀ ਵਿਦੇਸ਼ ਗਿਆ ਹੋਵੇ, ਉਹ ਝੂਰਦੀ ਹੈ ਅੰਦਰੋਂ, ਉਹ ਦਰਵਾਜ਼ੇ ਤੇ ਖੜੀ ਹੋਏਗੀ, ਉਡੀਕ ਕਰੇਗੀ, ਨਾ ਪੈਰ ਪਿੱਛੇ ਜਾਏਗਾ ਤੇ ਨਾ ਉਹਨਾਂ ਦਾ ਮਨ ਚੰਗੀ ਤਰ੍ਹਾਂ ਭਿੱਜੇਗਾ, ਅੰਦਰ ਵਿਰਾਗ ਪੈਦਾ ਹੋਵੇਗਾ ਵੀ ਸਾਡੇ ਘਰ ਮੇਰਾ ਪਤੀ ਕਦੋਂ ਆਏਗਾ। ਤੇ ਪਾਤਸ਼ਾਹ ਵੀ ਮੇਰਾ ਮਨ ਲੋਚੈ ਦਰਸ਼ਨ ਕੀ ਤਾਈ, ਬਿਲਬ ਕਰੇ ਚਾਤਰ ਕੀ ਨਿਆਏ, ਅੰਦਰੋਂ ਭੇਜ ਰਿਹਾ ਮਨ ਵੀ ਗੁਰੂ ਕਦੋਂ ਬੁਲਾਏ। ਖੈਰ ਇਹਨਾਂ ਨੂੰ ਖਤ ਆ ਗਿਆ ਵੀ ਤੁਸੀਂ ਵਾਪਸ ਆ ਜਾਓ। ਜਦੋਂ ਵਾਪਸ ਆਏ ਨੇ ਅੰਮ੍ਰਿਤਸਰ ਸਾਹਿਬ, ਇਥੋਂ ਫਿਰ ਚੌਥੇ ਪਾਤਸ਼ਾਹ ਨੇ ਕਹਿ ਦਿੱਤਾ ਪੰਜਵੇਂ ਪਾਤਸ਼ਾਹ ਨੂੰ ਵੀ ਇਹ ਨਗਰ ਛੱਡ ਕੇ ਗੋਇੰਦਵਾਲ ਸਾਹਿਬ ਦੁਬਾਰਾ ਜਾਣਾ। ਗੋਇੰਦਵਾਲ ਸਾਹਿਬ ਆਏ ਨੇ, ਇੱਥੇ ਚੌਥੇ ਪਾਤਸ਼ਾਹ ਦੀ ਤਬੀਅਤ ਵਿਗੜ ਗਈ ਹੈ। ਮੈਂ ਲੜੀ ਨੂੰ ਤੇਜ਼ੀ ਨਾਲ ਚੱਲ ਰਿਹਾ ਹਾਂ ਕਿਉਂਕਿ ਸੂਈ ਦੀਆਂ ਕੜੀਆਂ ਮੇਰੇ ਤੋਂ ਵੀ ਤੇਜ਼ ਚੱਲ ਰਹੀਆਂ ਨੇ। ਇੱਥੇ ਆ ਗਏ ਨੇ, ਇੱਥੇ ਇਹਨਾਂ ਦੀ ਤਬੀਅਤ ਵਿਗੜ ਗਈ ਹੈ ਚੌਥੇ ਪਾਤਸ਼ਾਹ ਦੀ। ਤੇ ਪ੍ਰਿਥਵੀ ਚੰਦ ਨੇ ਫੇਰ ਰੌਲਾ ਪਾ ਦਿੱਤਾ ਵੀ ਇਹ ਤੇ ਅਰਜਨ ਦੇਵ ਨੇ ਗਰਦੀ ਹੱਥ ਹਾਸਲ ਕਰਨ ਵਾਸਤੇ ਕੁਝ ਖਵਾ ਦਿੱਤਾ, ਲੰਗਰ ਪ੍ਰਸ਼ਾਦੇ ਚ ਮਿਲਾ ਕੇ ਕੋਈ ਜ਼ਹਿਰ ਖਵਾ ਦਿੱਤਾ, ਸਾਡੇ ਪਿਤਾ ਦੀ ਤਬੀਅਤ ਤਾਂ ਵਿਗੜ ਗਈ। ਖੈਰ ਚੌਥੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਨੇ। ਹੁਣ ਸਮਾਂ ਆਇਆ ਗੁਰਤਾ ਗੱਦੀ ਦਾ। ਹੁਣ 2 ਪੱਗਾਂ ਦੇਣੀਆਂ ਸੀ,
ਇੱਕ ਪੱਗ ਗੁਰਤਾ ਗੱਦੀ ਦੀ, ਇੱਕ ਪੱਗ ਵੱਡੇ ਸਪੁੱਤਰ ਨੂੰ। ਹੁਣ ਖਿਮਾ ਕਰਿਓ ਵੀ ਜਿਹੜੇ ਬੋਲ ਮੈਂ ਕਹਿਣ ਲੱਗਾ ਵਾਂ ਇਹ ਸੂਰਜ ਪ੍ਰਕਾਸ਼ ਗ੍ਰੰਥ ਦੀ ਨੇ। ਜਦੋਂ ਗੁਰਤਾ ਗੱਦੀ ਦੇਣ ਦਾ ਸਮਾਂ ਆਇਆ ਹੈ, ਬਾਬਾ ਬੁੱਢਾ ਜੀ ਥਾਲ ਹੱਥ ਵਿੱਚ, ਥਾਲ ਦੇ ਵਿੱਚ ਪੱਗ ਹੈ। ਜਦੋਂ ਜਾਣ ਲੱਗੇ ਨੇ ਪੰਚਮ ਪਾਤਸ਼ਾਹ ਵੱਲ, ਸਾਰੀ ਸੰਗਤ ਬਲਾਦਰੀ ਬੈਠੀ ਹੋਈ ਹੈ ਤੇ ਪ੍ਰਿਥਵੀ ਚੰਦ ਨੇ ਇਹ ਬੋਲ ਕਹੇ ਸਨ, ਇਹ ਪੱਗ ਮੇਰੀ ਹੈ, ਵੱਡਾ ਮੈਂ ਆ, ਇਹ ਮੇਰੀ ਬਣਦੀ ਹੈ। ਪੱਗ ਹਮੇਸ਼ਾ ਵੱਡੇ ਪੁੱਤਰ ਨੂੰ ਮਿਲਿਆ ਕਰਦੀ ਘਰ ਵਿੱਚ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਬੇਟਾ, ਪੱਗ ਤੁਹਾਡੀ ਆਪਾਂ ਤੁਹਾਨੂੰ ਦੇ ਦਿੰਦੇ ਆ, ਕਿਉਂਕਿ ਸਿੱਖੀ ਕਦੀ ਕੱਪੜਿਆਂ ਦੇ ਗੁਲਾਮ ਨਹੀਂ ਹੋਇਆ ਕਰਦੀ। ਇਹ ਚੇਤਾ ਰੱਖਿਆ ਜੀ, ਸਿੱਖੀ ਕਦੀ ਵੀ ਕੱਪੜਿਆਂ ਦੇ ਗੁਲਾਮ ਨਹੀਂ। ਇਹ ਮਤ ਸੋਚਿਓ ਵੀ ਮੇਰੇ ਚਿੱਟੇ ਕੱਪੜੇ ਨੇ, ਅਸੀਂ ਗੁਰੂ ਘਰ ਦੇ ਕਿਸੇ ਅਹੁਦੇ ਦੇ ਆ, ਤੁਹਾਡੀਆਂ ਪੈਂਟ ਕਮੀਜ਼ਾਂ ਨੇ ਤੁਹਾਡਾ ਅਹੁਦਾ ਨਹੀਂ। ਇਹ ਨਹੀਂ ਹੋ ਸਕਦਾ ਬ੍ਰਹਮ ਗਿਆਨਿਕ ਪੈਂਟ ਕਮੀਜ਼ ਵਿੱਚ ਵੀ ਹੋਵੇ, ਜ਼ਰੂਰੀ ਨਹੀਂ। ਹੋ ਸਕਦਾ ਕੋਈ ਸਾਧ ਇੱਕ ਸਿੰਪਲ ਬਾਣੇ ਵਿੱਚ ਹੋਏ, ਹੋ ਸਕਦਾ ਜਿੰਨੇ ਸਫੇਦ ਕੱਪੜੇ ਪਾਏ ਹੋਣ ਉਹ ਇੱਕ ਮਨੁੱਖ ਦੀ ਜੂਨ ਤੋਂ ਵੀ ਹੇਠਾਂ ਡਿੱਗਿਆ ਹੋਵੇ। ਕਿ ਸਿੱਖੀ ਕਦੀ ਵੀ ਕੱਪੜਿਆਂ ਦੀ ਗੁਲਾਮ ਨਹੀਂ ਹੋਇਆ ਕਰਦੀ, ਪੱਗਾਂ ਦੀ ਗੁਲਾਮ ਨਹੀਂ ਹੋਇਆ ਕਰਦੀ। ਇਹ ਗੱਲ ਕਹੀ ਵੀ ਕੋਈ ਗੱਲ ਨਹੀਂ ਬੇਟਾ, ਤੁਹਾਨੂੰ ਅਸੀਂ ਪੱਗ ਬੰਨ੍ਹ ਦੇਣੀ, ਇਹ ਚ ਕਿਹੜੀ ਗੱਲ ਹੈ ਜੇ ਧਰੋ, ਲੇਕਿਨ ਇਹ ਪੱਗ ਗੁਰਤਾ ਗੱਦੀ ਦੀ ਹੈ। ਇਹ ਚੌਥੇ ਪਾਤਸ਼ਾਹ ਜਿਹਨੂੰ ਗੁਰਤਾ ਗੱਦੀ ਸੌਂਪ ਕੇ ਗਏ ਨੇ, ਪੱਗ ਉਹਦੇ ਸਿਰ ਹੀ ਵੱਜੇਗੀ। ਫਿਰ ਜਦੋਂ ਪੱਗ ਵੱਜੀ ਹੈ ਤੇ ਇਤਿਹਾਸ ਬੋਲ ਉੱਠਿਆ ਵੀ ਭੱਟ ਸਾਹਿਬਾਨ ਵੀ ਫਿਰ ਉੱਥੇ ਉਸ ਸਮੇਂ ਮੌਜੂਦ ਸਨ। ਉਮਰ ਮਹਿਜ 18 ਸਾਲ ਸੀ ਪੰਚਮ ਪਾਤਸ਼ਾਹ ਦੀ। ਗੁਰਤਾ ਗੱਦੀ ਜਦੋਂ ਮਿਲੀ ਹੈ, ਦਾੜਾ ਥੋੜਾ ਥੋੜਾ ਕਰਕੇ ਆ ਰਿਹਾ ਸੀ, ਟਾਵਾਂ ਟਾਵਾਂ ਵਾਲ ਸੀ। ਤੇ ਜਦੋਂ ਵੇਖਿਆ ਨਾ ਭੱਟ ਸਾਹਿਬਾਨ ਨੇ ਵੀ 18 ਸਾਲ ਦਾ ਬਾਲਕ, ਸਿਰ ਤੇ ਗੁਰਤਾ ਗੱਦੀ ਦੀ ਪੱਗ, ਤਖਤ ਤੇ ਬਿਰਾਜਮਾਨ, ਚਵਰ ਝੁੱਲ ਰਿਹਾ ਉੱਤੇ। ਉਹਦੀ ਉਮਰ ਬੜੀ ਸੀ, ਕੋਈ 70 ਸਾਲ, ਕੋਈ 80 ਸਾਲ। ਇੰਨੀ ਉਮਰ ਜਦੋਂ ਵੇਖੀ ਵੀ ਛੋਟਾ ਜਿਹਾ ਬਾਲਕ ਹੈ, ਵੀ ਸਾਡੀ 70 ਸਾਲ ਉਮਰ ਹੈ, ਵੀ ਸਾਨੂੰ ਕੀ ਉਪਦੇਸ਼ ਦੇਵੇਗਾ। ਕਿਉਂਕਿ ਭੱਟ ਸਾਹਿਬਾਨ ਤੇ ਉਹ ਸਨ ਵੀ ਜਿਨ੍ਹਾਂ ਨੇ ਆਪਣੀ ਉਮਰ ਗਾਲੀ ਸੀ, ਜਾ ਭਟਕ ਕੇ ਉਹਨਾਂ ਨੂੰ ਕੁਛ ਨਾ ਮਿਲਿਆ। ਪੰਚਮ ਪਾਤਸ਼ਾਹ ਦੇ ਦਰ ਤੇ ਹਜੂਰ ਪਿਤਾ ਨੇ ਇੰਨੀ ਗੱਲ ਕਹੀ ਸੀ ਭੱਟ ਸਾਹਿਬਾਨ ਨੂੰ, ਬਾਣੀ ਪੜੋ, ਸੇਵਾ ਕਰੋ ਤੇ ਬਾਣੀ ਨੂੰ ਵਿਚਾਰੋ। ਫਿਰ ਉਹਨਾਂ ਨੇ ਕਹਿ ਦਿੱਤਾ, ਰਹਿਓ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਆ ਮੁਖੋਂ ਏ ਪੰਡਿਤ ਮਿੱਠੇ। ਵੀ ਬੜੇ ਵੇਖੇ, ਸੰਨਿਆਸੀ ਵੇਖੇ, ਤਪਸੀ ਵੇਖੇ, ਬੜੇ ਬੜੇ ਵੱਡੇ ਸਾਧ ਵੇਖੇ। ਕਹਿਣ ਲੱਗੇ ਪਾਤਸ਼ਾਹ, ਜੋ ਆਨੰਦ, ਜੋ ਟਿਕਾਵ ਤੇਰੇ ਦਰ ਤੇ ਪ੍ਰਾਪਤ ਹੋਇਆ, ਸਾਨੂੰ ਟਿਕਾਵ ਕਿਸੇ ਹੋਰ ਦਰ ਤੇ ਨਹੀਂ ਮਿਲਿਆ। ਫਿਰ ਭੱਟ ਸਾਹਿਬਾਨ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ। ਹੁਣ ਮੈਂ ਇੱਕ ਬੇਨਤੀ ਕਰਦਾ, ਇੱਥੋਂ ਦੂਜਾ ਪੜਾਅ ਸ਼ੁਰੂ ਹੁੰਦਾ ਹੈ। ਇਹ ਪਹਿਲਾ ਪੜਾਅ ਸੀ ਉਹਨਾਂ ਦਾ ਜੀਵਨ ਵਾਲਾ, ਗੁਰਤਾ ਗੱਦੀ ਵਾਲਾ। ਹੁਣ ਪੜਾਅ ਸ਼ੁਰੂ ਹੁੰਦਾ ਉਹਨਾਂ ਦਾ ਸ਼ਹੀਦੀ ਵਾਲਾ। ਜਦੋਂ ਪਾਤਸ਼ਾਹ ਗੱਦੀ ਤੇ ਬੈਠੇ ਨੇ ਨਾ, ਉਦੋਂ ਦੂਜੇ ਪਾਸੇ ਜਹਾਂਗੀਰ ਸੀ ਤਖਤ ਤੇ। ਇੱਕ ਬੇਨਤੀ ਮੈਂ ਹੋਰ ਕਰਦਿਆਂ, ਤੀਜੇ ਪਾਤਸ਼ਾਹ ਵੇਲੇ ਤੇ ਚੌਥੇ ਪਾਤਸ਼ਾਹ ਵੇਲੇ ਅਕਬਰ ਜਹਾਂਗੀਰ ਦਾ ਰਾਜ। ਜਿਹੜਾ ਅਕਬਰ ਸੀ ਉਹ ਗੁਰੂ ਘਰ ਦੀ ਮਰਿਆਦਾ ਨੂੰ ਸਮਝਦਾ ਸੀ ਤੇ ਸਤਿਕਾਰ ਵੀ ਕਰਦਾ ਸੀ। ਤੇ ਇਤਿਹਾਸ ਬੋਲਦਾ ਦਰਸ਼ਨ ਕਰਨ ਵੀ ਆਇਆ, ਜ਼ਮੀਨ ਦਾ ਪਟਾ ਵੀ ਲਿਖਣ ਵਾਸਤੇ ਤਿਆਰ ਹੋ ਗਿਆ। ਤੇ ਵਿਰੋਧੀਆਂ ਦੀ ਗੱਲਾਂ ਨੂੰ ਉਹਨੇ ਸੁਣਿਆ ਵੀ ਕੋਈ ਨਾ, ਕਿਉਂਕਿ ਸਤਿਕਾਰ ਕਰਦਾ ਸੀ। ਲੇਕਿਨ ਜਦੋਂ ਜਹਾਂਗੀਰ ਬੈਠਾ ਨਾ ਤਖਤ ਤੇ, ਇਹਦਾ ਸੁਭਾਅ ਕੁਛ ਹੋਰ ਸੀ। ਜਿਵੇਂ ਲੜੀ ਅੱਗੇ ਤੁਰੇਗੀ ਤੁਹਾਨੂੰ ਪਤਾ ਲੱਗ ਜਾਏਗਾ। ਕਾਰਨ ਕੀ ਬਣਿਆ, ਇੱਕ ਪਾਸੇ ਤੇ ਪ੍ਰਿਥਵੀ ਚੰਦ ਖੜਾ ਹੋ ਗਿਆ, ਕਿਉਂਕਿ ਗੁਰਤਾ ਗੱਦੀ ਨਹੀਂ ਮਿਲੀ। ਵੱਡਾ ਭਰਾ ਸੀ ਪੰਜਵੇਂ ਪਾਤਸ਼ਾਹ ਦਾ, ਗੁਰਤਾ ਗੱਦੀ ਕੋਈ ਨਾ ਮਿਲੀ, ਅੰਦਰ ਈਰਖਾ ਪੈਦਾ ਹੋ ਗਈ। 3 ਵਾਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਾਰਨ ਦਾ ਯਤਨ ਵੀ ਕੀਤਾ, ਸੁਲਹੀ ਖਾਨ ਨੂੰ ਵੀ ਚੜਾ ਕੇ ਲੈ ਕੇ ਆਇਆ, ਜਿਵੇਂ ਇਤਿਹਾਸ ਲੜੀਵਾਰ ਬੋਲਦਾ। ਵਾਰੀ ਸਿਰ ਹਮਲੇ ਕੀਤੇ, ਈਰਖਾ ਅੰਦਰ ਹੈ। ਹੁਣ ਸੁਭਾਵਕ ਗੱਲ ਹੈ ਵੀ ਜਿੰਨੇ ਆਪਣੇ ਜੀਵਨ 'ਚ ਕੁਝ ਕਮਾਇਆ ਨਾ, ਤੇ ਸੁਭਾਵਕ ਦੀ ਗੱਲ ਹੈ ਵੀ ਉਹਦੀ ਚੁੱਪ ਹਜ਼ਾਰਾਂ ਬੰਦਿਆਂ ਤੇ ਅਸਰ ਕਰਕੇ ਜਾਏਗੀ। ਜਿੰਨੇ ਜੀਵਨ 'ਚ ਕਮਾਇਆ ਉਹਦਾ ਮੌਨ ਹਜ਼ਾਰਾਂ ਬੰਦਿਆਂ ਨੂੰ ਬਦਲ ਜਾਏਗਾ। ਜਿਹਦਾ ਜੀਵਨ ਖਾਲੀ ਹੈ ਨਾ, ਉਹ ਸਟੇਜਾਂ ਤੇ ਚੜ ਕੇ ਭਾਵੇਂ ਜਿੱਥੇ ਮਰਜ਼ੀ ਖੜਾ ਹੋ ਕੇ ਭਾਵੇਂ ਲੱਖਾਂ ਬੰਦਿਆਂ ਨੂੰ ਲੈਕਚਰ ਦੇ ਜਾਏ, ਉਹ ਕਿਸੇ ਤੇ ਅਸਰ ਨਹੀਂ ਪਾ ਸਕਦਾ, ਕਿਉਂ ਅੰਦਰੋਂ ਆਪ ਖਾਲੀ ਹੈ। ਵਜਨ ਸਰੀਰ ਵਿੱਚ ਨਹੀਂ, ਵਜਨ ਬੋਲਾਂ 'ਚ ਹੋਣਾ ਚਾਹੀਦਾ। ਤੇ ਵਜਨ ਬੋਲਾਂ ਵਿੱਚ ਤਾਂ ਭਰਦਾ ਜੇ ਜੀਵਨ ਦੇ ਵਿੱਚ ਉਹਨਾਂ ਗੱਲਾਂ ਨੂੰ ਆਪ ਕਮਾਇਆ।
ਤੇ ਪੰਜਵੇਂ ਪਾਤਸ਼ਾਹ ਦੇ ਫਿਰ ਉਹ ਲਫ਼ਜ਼ਾਂ ਦੇ ਵਿੱਚ ਉਹਨਾਂ ਦੀ ਰੂਹਾਨੀਅਤ ਜੀਵਨ ਵਿੱਚ ਵਜਨ ਸੀ। ਤਾਂ ਹੀ ਤੇ ਸਾਈਂ ਮੀਆਂ ਮੀਰ ਜੀ ਆ ਕੇ ਖੜੇ ਹੋ ਗਏ। ਭਾਈ ਸਾਲੋ ਜੀ ਪਹਿਲਾਂ ਮੁਸਲਮਾਨ ਸਨ, ਗੁਰੂ ਘਰ ਦੇ ਸਿੱਖ ਬਣ ਗਏ। ਭਾਈ ਲੰਗਾ ਜੀ ਪਹਿਲਾਂ ਮੁਸਲਮਾਨ ਸਨ, ਗੁਰੂ ਘਰ ਦੇ ਸਿੱਖ ਬਣ ਗਏ। ਭਾਈ ਮੰਝ ਜੀ ਪਹਿਲਾਂ ਪੀਰ ਨੂੰ ਪੂਜਦੇ ਸਨ, ਫਿਰ ਗੁਰੂ ਘਰ ਦੇ ਸਿੱਖ ਬਣ ਗਏ। ਹੁਣ ਇਹ ਸਾਰੀਆਂ ਗੱਲਾਂ ਫੈਲ ਗਈਆਂ। ਤੇ ਦੂਜੇ ਨੰਬਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਸਭ ਤੋਂ ਵੱਡਾ ਕਾਰਨ ਸ਼ਹੀਦੀ ਦਾ। ਇਹ ਸਾਰੀਆਂ ਗੱਲਾਂ ਜਦੋਂ ਐਡ ਹੋ ਗਈਆਂ ਨਾ, ਐਡ ਹੋ ਕੇ ਜਹਾਂਗੀਰ ਕੋਲ ਗਈਆਂ। ਇੱਕ ਬੇਨਤੀ ਮੈਂ ਨਾਲ ਹੋਰ ਕਰਦੇ ਹਾਂ ਵੀ ਤਾਂ ਕਿ ਸਮਝ ਜਾਈਏ ਵੀ ਜਹਾਂਗੀਰ ਕਿਸ ਦਰਜੇ ਦਾ ਇਨਸਾਨ ਸੀ। ਮੇਰੇ ਸਿਰਫ 5 ਮਿੰਟ ਰਹਿ ਗਏ ਨੇ ਮੇਰੀ ਵਿਚਾਰ। ਅਕਬਰ ਆਪਣੇ ਪੁੱਤਰ ਜਹਾਂਗੀਰ ਨੂੰ ਕਦੀ ਵੀ ਤਖਤ ਨਹੀਂ ਸੀ ਦੇਣਾ ਚਾਹੁੰਦਾ, ਕਿਉਂਕਿ ਅਕਬਰ ਧਾਰਮਿਕ ਇਨਸਾਨ ਸੀ। ਅਕਬਰ ਚਾਹੁੰਦਾ ਸੀ ਵੀ ਮੈਂ ਆਪਣੇ ਪੁੱਤਰ ਅਮੀਰ ਖੁਸਰੋ ਨੂੰ ਤਖਤ ਆਪਣੀ ਗੱਦੀ ਦੇ ਕੇ ਜਾਵਾਂ, ਕਿਉਂਕਿ ਅਮੀਰ ਖੁਸਰੋ ਆਪਣੇ ਦਾਦੇ ਅਕਬਰ ਦੇ ਪੈਰਾਂ ਤੇ ਪੈਰ ਧਰਦਾ ਸੀ। ਲੇਕਿਨ ਬਾਕੀ ਸਾਰਿਆਂ ਨੂੰ ਪਤਾ ਸੀ ਵੀ ਜੇ ਅਕਬਰ ਆਪਣੇ ਪੁੱਤਰ ਅਮੀਰ ਖੁਸਰੋ ਨੂੰ ਗੱਦੀ ਦੇ ਗਿਆ ਤੇ ਮੁਸਲਮਾਨ ਧਰਮ ਫੈਲ ਨਹੀਂ ਸਕਦਾ। ਜੇ ਧਰਮ ਫੈਲੇਗਾ ਤੇ ਜਹਾਂਗੀਰ ਫੈਲਾਏਗਾ, ਕਿਉਂਕਿ ਜਹਾਂਗੀਰ ਕੱਟੜ ਇਨਸਾਨ ਸੀ। ਇੱਕ ਬੇਨਤੀ ਮੈਂ ਹੋਰ ਕਰਦੇ ਹਾਂ, ਤੁਸੀਂ ਅਕਸਰ ਵੇਖਦੇ ਹੋ ਜਦੋਂ ਵੋਟਾਂ ਦਾ ਟਾਈਮ ਆਉਂਦਾ ਹੈ, ਇਲੈਕਸ਼ਨ ਦਾ, ਕੀ ਵਾਅਦੇ ਕੀਤੇ ਜਾਂਦੇ ਨੇ ਵੀ ਤੁਹਾਡੀਆਂ ਗਲੀਆਂ ਪੱਕੀਆਂ ਹੋ ਜਾਣਗੀਆਂ, ਨਲਕੇ ਲੱਗ ਜਾਣਗੇ, ਸੜਕਾਂ ਪੱਕੀਆਂ ਹੋ ਜਾਣਗੀਆਂ, ਫੀਸਾਂ ਫ੍ਰੀ ਹੋ ਜਾਣਗੀਆਂ, ਦਵਾਈਆਂ ਫ੍ਰੀ ਹੋ ਜਾਣਗੀਆਂ, ਮੈਡੀਕਲ ਫ੍ਰੀ ਹੋ ਜਾਏਗਾ, ਵਿਆਜਾਂ ਖਤਮ, ਸਭ ਕੁਝ ਮਾਫ ਕਰ ਦਿੱਤਾ ਜਾਏਗਾ। ਇਹ ਵਾਅਦੇ ਕੀਤੇ ਜਾਂਦੇ ਨੇ। ਤੇ ਜਹਾਂਗੀਰ ਨੇ ਵੇਖਿਆ ਵੀ ਗੱਦੀ ਅਕਬਰ ਆਪਣੇ ਪੁੱਤਰ ਅਮੀਰ ਖੁਸਰੋ ਨੂੰ ਦੇ ਕੇ ਜਾ ਰਿਹਾ ਹੈ, ਭਾਵ ਕਿ ਜਹਾਂਗੀਰ ਦੇ ਪੁੱਤਰ ਨੂੰ ਮੈਨੂੰ ਨਹੀਂ ਮਿਲ ਰਹੀ। ਤੇ ਜਹਾਂਗੀਰ ਨੇ ਐਲਾਨ ਕਰ ਦਿੱਤਾ ਵੀ ਜੇ ਮੈਂ ਗੱਦੀ ਤੇ ਬਹਿ ਗਿਆ, ਦਿੱਲੀ ਦੇ ਤਖਤ ਤੇ ਬਹਿ ਗਿਆ, ਮੈਂ ਐਲਾਨ ਕਰਨਾ ਵਾ ਵੀ ਹਰ ਪਾਸੇ ਮੁਸਲਮਾਨ ਕੌਮ ਦਾ ਬੋਲਬਾਲਾ ਹੋਏਗਾ, ਹਰ ਪਾਸੇ ਫੈਲੇਗਾ। ਤੇ ਸਾਰਿਆਂ ਨੇ ਮੰਨ ਲਿਆ ਤੇ ਚਾਹੀਦਾ ਵੀ ਇਹ ਸੀ। ਜਹਾਂਗੀਰ ਬੈਠ ਗਿਆ ਤਖਤ ਦੇ ਉੱਤੇ। ਇੱਕ ਬੇਨਤੀ ਹੋਰ ਕਰਾਂ, ਤੁਸੀਂ ਜਹਾਂਗੀਰ ਦੀ ਸ਼ਾਇਦ ਉਹਨਾਂ ਦੀ ਪਤਨੀ ਨੂਰਜਾਂ ਦਾ ਨਾਮ ਸੁਣਿਆ ਹੋਵੇਗਾ, ਮੈਂ ਨਾਮ ਭੁੱਲਦਾ ਹਾਂ, ਸ਼ਾਇਦ ਨੂਰਜਾਂ ਹੀ ਸੀ। ਉਹਨਾਂ ਦੇ ਆਨੰਦ, ਉਹਨਾਂ ਦਾ ਜਿਵੇਂ ਨਿਕਾਹ, ਜਿਵੇਂ ਸ਼ਾਦੀ ਉਹਨਾਂ ਦੀ ਹੋਇਆ ਕਰਦੀ ਕਿਸੇ ਹੋਰ ਨਾਲ ਹੋਈ ਸੀ, ਕਿਸੇ ਹੋਰ ਨਾਲ। ਲੇਕਿਨ ਜਹਾਂਗੀਰ ਨੇ ਉਹਦੇ ਘਰ ਵਾਲੇ ਦਾ ਕਤਲ ਕਰਕੇ ਖੁਦ ਉਹਦੇ ਨਾਲ ਨਿਕਾਹ ਦੁਬਾਰਾ ਕੀਤਾ ਸੀ। ਤੁਸੀਂ ਹਿਸਾਬ ਲਗਾ ਸਕਦੇ ਹੋ ਜਹਾਂਗੀਰ ਕਿਸ ਦਰਜੇ ਦਾ ਇਨਸਾਨ ਸੀ। ਕੀ ਉਹਦੇ ਕੋਲ ਰਹਿਮ ਦੀ ਕੋਈ ਉਮੀਦ ਕੀਤੀ ਜਾ ਸਕਦੀ ਸੀ? ਇੱਕ ਕਾਰਨ ਹੋਰ ਜੁੜ ਗਿਆ। ਜਿਵੇਂ ਸਾਡੇ ਛੋਟੀਆਂ ਛੋਟੀਆਂ ਸੰਸਥਾਵਾਂ ਨੇ ਪ੍ਰਚਾਰ ਕਰਨ ਵਾਸਤੇ, ਉਸ ਵੇਲੇ ਇੱਕ ਸੰਸਥਾ ਬਣੀ ਸੀ ਨਕਸ਼ਬੰਦੀ। ਉਹਦਾ ਆਗੂ ਸੀ ਸ਼ੇਖ ਮੁਹੰਮਦ ਸਰਹੰਦੀ ਚਲਾਨ ਵਾਲਾ। ਤੇ ਸ਼ੇਖ ਮੁਹੰਮਦ ਸਰਹੰਦੀ ਵੀ ਜਹਾਂਗੀਰ ਕੋਲ ਲਗਾਤਾਰ ਖੱਤ ਭੇਜ ਰਿਹਾ ਸੀ ਵੀ ਕਿਸੇ ਤਰੀਕੇ ਝੰਡਾ ਗੱਡੋ, ਵੀ ਸਾਡੇ ਧਰਮ ਨੂੰ ਫੈਲਾਇਆ ਜਾਏ। ਹੁਣ ਸਾਰੇ ਕਾਰਨ ਇਕੱਠੇ ਰਲ ਕੇ ਅਮੀਰ ਖੁਸਰੋ ਨੂੰ ਅੰਦਰ ਕੈਦ ਕਰ ਦਿੱਤਾ ਗਿਆ ਕਿਸੇ ਤਰੀਕੇ। ਜਦੋਂ ਕੈਦ ਕਰ ਦਿੱਤਾ ਗਿਆ, ਜਹਾਂਗੀਰ ਤਖਤ ਤੇ ਬਹਿ ਗਿਆ। ਥੋੜੇ ਸਮੇਂ ਬਾਅਦ ਹੀ ਅਮੀਰ ਨੇ ਇਹ ਖਵਾਇਸ਼ ਪੈਦਾ ਕੀਤੀ ਵੀ ਮੈਂ ਆਪਣੇ ਦਾਦੇ ਅਕਬਰ ਦੀ ਕਬਰ ਤੇ ਫੁੱਲ ਚੜਾਣੇ ਨੇ, ਮੈਨੂੰ ਰਿਹਾ ਕੀਤਾ ਜਾਏ, ਪੈਰੋਲ ਦਿੱਤੀ ਜਾਏ ਥੋੜੇ ਦਿਨਾਂ ਦੀ। ਜਹਾਂਗੀਰ ਮੰਨ ਗਿਆ, ਰਿਹਾ ਕਰ ਦਿੱਤਾ, ਪੈਰੋਲ ਦਿੱਤੀ। ਲੇਕਿਨ ਰਿਹਾਈ ਦੇ ਬਹਾਨੇ ਅਮੀਰ ਖੁਸਰੋ ਭੱਜ ਗਿਆ। ਜਦੋਂ ਨਿਕਲਿਆ ਨਾ ਤੇ ਜਹਾਂਗੀਰ ਨੇ ਫੌਜ ਪਿੱਛੇ ਲਾ ਦਿੱਤੀ। ਸ਼ੇਖ ਮੁਹੰਮਦ ਸਰਹੰਦੀ ਨੇ ਪਹਿਲਾਂ ਹੀ ਖੱਤ ਭੇਜਿਆ ਸੀ ਵੀ ਕਿਸੇ ਤਰੀਕੇ ਖਤਮ ਕੀਤਾ ਜਾਏ। ਅੱਗੇ ਅੱਗੇ ਮੁਰਤਜ਼ਾ ਖਾਨ, ਪਿੱਛੇ ਪਿੱਛੇ ਜਹਾਂਗੀਰ, ਜਿੱਥੇ ਜਿੱਥੇ ਅਮੀਰ ਖੁਸਰੋ ਹੋ ਕੇ ਜਾ ਰਿਹਾ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸਨ। ਤੇ ਜਦੋਂ ਅਖੀਰ ਅਮੀਰ ਖੁਸਰੋ ਨੂੰ ਪਕੜ ਲਿਆ, ਉਹਦੀਆਂ ਅੱਖਾਂ 'ਚ ਜ਼ਹਿਰ ਭਰ ਕੇ ਅੱਖਾਂ ਨੂੰ ਸਿਉਂ ਦਿੱਤਾ ਗਿਆ, ਖਤਮ ਕਰ ਦਿੱਤਾ ਗਿਆ। ਇਹਨਾਂ ਸਾਰਿਆਂ ਨੇ ਸੋਚਿਆ ਵੀ ਹੁਣ ਬਹਾਨਾ ਹੈ, ਆਪਾਂ ਇਹ ਕਹਿ ਦਈਏ ਵੀ ਅਮੀਰ ਖੁਸਰੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਵੀ ਗਿਆ ਹੈ ਤੇ ਪਾਤਸ਼ਾਹ ਨੇ ਟਿੱਕਾ ਵੀ ਲਾਇਆ, ਥੱਪੜਾ ਵੀ ਦਿੱਤਾ, ਬਲਕਿ ਗਿਆ ਕੋਈ ਨਹੀਂ ਸੀ। ਖੈਰ ਇਲਜ਼ਾਮ ਲਗਾ ਦਿੱਤਾ। ਮੈਂ ਸੰਖੇਪ ਵਿੱਚ ਆਵਾਂ ਤੇ ਜਹਾਂਗੀਰ ਨੇ ਇਹ ਫਿਰ ਹੁਕਮ ਜਾਰੀ ਕਰ ਦਿੱਤਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਫੜ ਕੇ ਲਿਆਇਆ ਜਾਏ, ਉਹਨਾਂ ਦੀ ਜ਼ਮੀਨ ਜਾਇਦਾਦ ਨੂੰ ਨਿਲਾਮ ਕੀਤਾ ਜਾਏ। ਤੇ ਪਾਤਸ਼ਾਹ ਨੂੰ ਵੀ ਸਮਝ ਗਏ, ਜਿਵੇਂ ਨਾਵੇਂ ਗੁਰਦੇਵ ਪਾਤਸ਼ਾਹ ਜੀ ਨੂੰ ਪਹਿਲਾਂ ਹੀ ਪਤਾ ਸੀ ਵੀ ਸ਼ਹੀਦੀ ਦੇਣੀ ਪੈਣੀ ਹੈ, ਧਰਮ ਤਾਂ ਬਚਨੇ ਨੇ। ਤੇ ਪਾਤਸ਼ਾਹ ਨੂੰ ਪਤਾ ਸੀ ਵੀ ਜਿਹੜੀ ਹੁਣ ਸੰਪਾਦਨਾ ਕੀਤੀ ਹੈ ਸਾਰੇ ਕਾਰਜ ਨੇ, ਇਹ ਸ਼ਹੀਦੀ ਮੰਗ ਰਹੀ ਹੈ। ਗ੍ਰਿਫਤਾਰ ਕੀਤਾ ਗਿਆ, ਤਸੀਹੇ ਦਿੱਤੇ ਗਏ, ਪਹਿਲਾਂ ਪਾਣੀ ਦੇ ਵਿੱਚ ਉਬਾਲਿਆ ਗਿਆ, ਹੱਡੀਆਂ ਨੂੰ ਮਾਸ ਛੱਡ ਗਿਆ, ਫਿਰ ਤੱਤੀ ਤਵੀ ਤੇ ਬਿਠਾ ਕੇ ਉੱਤੇ ਗਰਮ ਰੇਤਾ ਪਾਇਆ ਗਿਆ।
ਇਹਨੇ ਤਸੀਹੇ ਦੇਣ ਤੋਂ ਬਾਅਦ ਫਿਰ ਰਾਵੀ ਦਰਿਆ ਵਿੱਚ ਉਹਨਾਂ ਦਾ ਸਰੀਰ ਰੋੜ ਦਿੱਤਾ ਗਿਆ। ਕਹਿਣ ਦਾ ਭਾਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੋ ਸਮਕਾਲੀ ਸੀ ਜਹਾਂਗੀਰ, ਕਾਰਨ ਕੀ ਬਣੇ? ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸੰਪਾਦਨਾ, ਵੱਡਾ ਭਰਾਤਾ ਪ੍ਰਿਥਵੀ ਚੰਦ, ਹੋਰ ਨਿੱਕੇ ਨਿੱਕੇ ਕਾਰਨ, ਚੰਦੂ ਦਾ, ਹੋਰ ਕਈ ਕਾਰਨ ਜੁੜ ਗਏ, ਸ਼ੇਖ ਮੁਹੰਮਦ ਸਰਹੰਦੀ, ਮੁਰਤਜ਼ਾ ਖਾਨ, ਕਈ ਕਾਰਨ ਜਦੋਂ ਜੁੜ ਗਏ, ਫਿਰ ਅਖੀਰ ਪੰਚਮ ਪਾਤਸ਼ਾਹ ਵੀ ਆਪਣੀ ਸ਼ਹੀਦੀ ਦਿੰਦਿਆਂ ਹੋਇਆਂ ਸਾਡੇ ਲਈ, ਸਾਡੀ ਕੌਮ ਲਈ, ਇਸ ਸਮਾਜ ਲਈ, ਪੂਰੀ ਸ੍ਰਿਸ਼ਟੀ ਲਈ ਸ਼ਹੀਦੀ ਦਿੰਦਿਆਂ ਤੱਤੀ ਤਵੀ ਤੇ ਬੈਠ ਕੇ ਅੱਜ ਦੇ ਦਿਹਾੜੇ 'ਚ, ਜਿਵੇਂ ਇਤਿਹਾਸ ਬੋਲਦਾ 1606 ਵਿੱਚ ਸਦੀਵੀ ਕਾਲ ਲਈ ਜੋਤ ਰੂਪ ਵਿੱਚ ਅੱਜ ਵੀ ਬਿਰਾਜਮਾਨ ਨੇ, ਲੇਕਿਨ ਸਰੀਰ ਰੂਪ ਵੀ ਜੋਤੀ ਜੋਤ ਸਮਾ ਗਏ। ਇਹ ਉਹਨਾਂ ਦਾ ਇਤਿਹਾਸ ਸੀ। ਅਸੀਂ ਅਰਦਾਸ ਕਰੀਏ ਵੀ ਉਹਨਾਂ ਦੀ ਸ਼ਹੀਦੀ, ਉਹਨਾਂ ਦਾ ਸਿਧਾਂਤ ਤਾਂ ਕਿ ਸਾਡੇ ਜੀਵਨ ਦੇ ਵਿੱਚ ਵੀ ਟਿਕ ਸਕੇ, ਉਹਨਾਂ ਦੇ ਪੈਰਾਂ ਤੇ ਪੈਰ ਧਰ ਸਕੇ। ਹੁਣ ਇੱਕ ਵਿਸ਼ੇਸ਼ ਤੌਰ ਤੇ ਬੇਨਤੀ, ਸਿਰਫ 2 ਮਿੰਟ ਲਾਣੇ ਨੇ। ਦਾਸ ਗੁਰਦੁਆਰਾ ਮੰਜੀ ਸਾਹਿਬ ਇਸ ਵਕਤ ਸੇਵਾ ਆਪਣੀ ਨਿਭਾ ਰਿਹਾ ਆਪਣੇ ਕਰਨਾਲ। ਵਿਸ਼ੇਸ਼ ਤੌਰ ਤੇ ਬੇਨਤੀ ਹੈ ਵੀ ਉੱਥੇ ਸਮਾਗਮ ਉਲੀਕਿਆ ਗਿਆ 5 ਜੂਨ ਦਾ, ਪੰਚਮ ਪਾਤਸ਼ਾਹ ਦੀ ਸ਼ਹੀਦੀ ਜੀ ਨੂੰ ਮੁੱਖ ਰੱਖ ਕੇ ਅਤੇ 1984 ਦੇ ਸਿੰਘਾਂ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ 5 ਤਰੀਕ ਨੂੰ 5 ਜੂਨ ਦਿਨ ਐਤਵਾਰ ਨੂੰ ਦਿਨ ਦਾ ਸਮਾਗਮ ਹੈ, ਜੋ ਸਮਾਂ ਰਹੇਗਾ 9 ਤੋਂ ਲੈ ਕੇ 1 ਵਜੇ ਤੱਕ ਦਿਨ ਦਾ। ਫਿਰ ਉਸ ਤੋਂ ਬਾਅਦ 19 ਜੂਨ ਨੂੰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਉਹ ਵੀ ਦਿਨ ਐਤਵਾਰ 19 ਜੂਨ ਨੂੰ, ਉਹ ਵੀ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਸਮਾਗਮ ਹੈ। ਦਰਬਾਰ ਸਾਹਿਬ ਤੋਂ ਵਿਸ਼ੇਸ਼ ਰਾਗੀ ਜੱਥਾ ਸਾਡੇ ਕੋਲ ਪਹੁੰਚ ਰਿਹਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਵੀ ਆਪ ਸਾਰੇ ਸੰਗਤਾਂ ਨੇ ਹੁਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ, ਸੰਤ ਮਹਾਂਪੁਰਸ਼ ਬਾਬਾ ਸੁੱਖਾ ਸਿੰਘ ਦਾ ਧੰਨਵਾਦ, ਪ੍ਰਬੰਧਕ ਕਮੇਟੀ ਦਾ ਧੰਨਵਾਦ। ਇਨੀ ਬੇਨਤੀ ਪ੍ਰਵਾਨ ਰਸਨਾ ਵਾਂਝੀ ਨਾਰੇ ਅਦਬ ਨਾਲ ਲੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ